होशियारपुर से नगर निगम चुनाव में वार्ड नंबर 40 से कांग्रेस पार्टी के पढ़े लिखे और ईमानदार युवा उम्मीदवार अनमोल जैन को अपना कीमती वोट देकर सफल बनाएं। होशियारपुर अकाली दल के सीनियर नेता बिक्रमजीत सिंह मजीठिया अपनी होशियारपुर फेरी के दौरान अकाली दल शहरी प्रधान लाली बाजवा के घर पहुंचे, जहां उन्होंने नगर निगम चुनाव के मद्देनजर 50 वार्ड में से 40 उम्मीदवारों के नाम की घोषणा की। वहीं उन्होंने प्रेस वार्ता करते हुए दिल्ली में हुए घटनाक्रम पर अपनी प्रतिक्रिया दी और केंद्र सरकार व पंजाब सरकार को आड़े हाथों लिया। उन्होंने पन्नू प्रदीप और दीप सिद्धू पर भी निशाना साधा। चलिए आप भी सुनिए उन्होंने प्रेस वार्ता के दौरान क्या कुछ कहा। ਉਹਨਾਂ ਦੀ ਰਹਿਨਮਾਈ ਹੇਠ ਜ਼ਿਲ੍ਹੇ ਦੇ ਦੋਵੇਂ ਪ੍ਰਧਾਨ ਸਾਹਿਬ ਲਾਲੀ ਬਾਜਵਾ ਜੀ, ਭੋਲੂਵਾਲ ਰਾਠਾ ਸਾਹਿਬ, ਸਾਡੇ ਐਕਸ ਮਿਨਿਸਟਰ ਟੰਡਲ ਸਾਹਿਬ, ਬੀਬੀ ਜੋਸ਼ ਜੀ, ਧਾਮੀ ਜੀ, ਇਹਨਾਂ ਦੀ ਸਾਰਿਆਂ ਦੀ ਅਗਵਾਈ ਹੇਠ ਜੋ ਕਾਰਪੋਰੇਸ਼ਨ ਦੀ ਇਲੈਕਸ਼ਨ ਆਈ ਹੈ, ਜਿਹਦੇ 50 ਸੀਟਾਂ ਨੇ ਹੁਸ਼ਿਆਰਪੁਰ ਸਿਟੀ ਦੀਆਂ। ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ 17 ਦੀ ਜਗ੍ਹਾ 50 ਸੀਟਾਂ ਲੜਨ ਲੱਗਿਆ। ਉਹਦੇ ਵਾਸਤੇ ਕੁਝ ਜੁਆਇਨਿੰਗ ਸਨ ਔਰ ਜਿਹੜੇ ਕੈਂਡੀਡੇਟ ਸਨ ਉਹਨਾਂ ਦੇ ਐਲਾਨ ਸਨ। ਸੋ ਅੱਜ ਇੱਕ ਕੈਂਪੇਨ ਦੀ ਸ਼ੁਰੂਆਤ ਹੈ। ਮੈਨੂੰ ਆਸ ਹੈ, ਉਮੀਦ ਹੈ ਕਿ ਹੁਸ਼ਿਆਰਪੁਰ ਦੇ ਨਿਵਾਸੀ ਪਿਛਲੇ 4 ਸਾਲਾਂ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਹੈ, ਚਾਹੇ ਉਹ ਇੱਥੋਂ ਦੇ ਇੰਡਸਟਰੀ ਮਿਨਿਸਟਰ ਦੀ ਹੈ ਤੇ ਚਾਹੇ ਉਹ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਹੈ, ਉਹਨੂੰ ਵੀ ਸਵਾਲ ਕਰਨਗੇ। ਔਰ ਨਾਲ ਹੀ ਕਿਉਂਕਿ ਇਸ ਇਲਾਕੇ ਤੋਂ ਸੈਂਟਰ ਦੇ ਵਜ਼ੀਰ ਵੀ ਨੇ ਭਾਜਪਾ ਦੇ, ਉਹਨਾਂ ਨੂੰ ਵੀ ਸਵਾਲ ਕਰਨਗੇ ਕਿ ਤੁਸੀਂ ਕੰਮ ਕੀ ਕੀਤਾ ਜਾਂ ਕਿਹੜੀ ਇੰਡਸਟਰੀ ਲਾ ਕੇ ਦਿੱਤੀ। ਅਫਸੋਸ ਦੀ ਗੱਲ ਹੈ, ਇੰਡਸਟਰੀ ਲਿਆਉਣੀ ਤਾਂ ਕੀ ਸੀ। ਇਹਨਾਂ ਦੇ ਇੰਡਸਟਰੀ ਮਿਨਿਸਟਰ ਬਣਨ ਤੋਂ ਬਾਅਦ ਇੰਡਸਟਰੀ ਇੱਥੇ ਬੰਦ ਜ਼ਰੂਰ ਹੋਈ। ਸੋ ਨੌਕਰੀ ਦਾ ਮੁੱਦਾ ਹੈ, ਬਿਜਲੀ ਦੇ ਵਧੇ ਰੇਟਾਂ ਜਿਹੜੇ 9-9 ਰੁਪਏ ਯੂਨਿਟ ਹੋਇਆ ਹੈ, ਬਿਜਲੀ ਦੇ ਕੱਟ, ਇਹ ਵੱਡੇ ਮੁੱਦੇ ਆ। ਲੋਕਾਂ ਨੂੰ ਪੈਨਸ਼ਨ ਨਾ ਮਿਲਣਾ, ਆਟਾ ਦਾਲ ਨਾ ਮਿਲਣਾ, ਲੋਕਾਂ ਨੂੰ ਐਸੀ ਸਕਾਲਰਸ਼ਿਪ ਨਹੀਂ ਮਿਲਣੀ, ਲੋਕਾਂ ਨਾਲ ਜਿਹੜੇ ਕਾਂਗਰਸ ਨੇ ਵਾਅਦੇ ਕੀਤੇ ਸੀ ਘਰ ਘਰ ਨੌਕਰੀ ਦੇ, ਕਰਜ਼ੇ ਮਾਫੀ ਦੇ, ਉਹ ਪੂਰੇ ਨਾ ਹੋਣੇ, ਗਰੀਬਾਂ ਦੇ ਯੂਨਿਟ ਨਹੀਂ ਮਿਲਣੇ। ਇਹ ਸਾਰੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਭਾਈਚਾਰਕ ਸਾਂਝ, ਪੰਜਾਬ 'ਚ ਅਮਨ ਸ਼ਾਂਤੀ ਕਾਨੂੰਨ ਔਰ ਜੋ ਬਾਦਲ ਸਾਹਿਬ ਨੇ, ਚਾਹੇ ਉਹ ਸੜਕਾਂ ਦਾ ਜਾਲ ਹੈ, ਚਾਹੇ ਉਹ ਏਅਰਪੋਰਟ ਕਨੈਕਟੀਵਿਟੀ ਹੈ, ਚਾਹੇ ਉਹ ਰੋਡ ਕਨੈਕਟੀਵਿਟੀ ਹੈ, ਪੰਜਾਬ ਦੀ ਤਰੱਕੀ ਵਾਸਤੇ ਜੋ ਕਦਮ ਕੀਤੇ, ਸਾਰੇ ਮੁੱਦੇ ਬਣਨਗੇ। ਔਰ ਮੈਨੂੰ ਪੂਰੀ ਆਸ ਉਮੀਦ ਹੈ ਕਿ ਜਿਹੜੇ ਇਹ ਕਾਂਗਰਸ ਜਾਂ ਬੀਜੇਪੀ ਦੀ ਮਾੜੀ ਕਾਰਗੁਜ਼ਾਰੀ ਦੇ ਉੱਤੇ ਲੋਕ ਸਵਾਲ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰ। ਬਿਲਕੁਲ ਇਹ ਬਕਲਾਹਟ ਦਾ ਹਿੱਸਾ, ਕਿਉਂਕਿ ਇਹ ਕਈ ਰਿਟ ਪਟੀਸ਼ਨਸ ਵੀ ਪਈਆਂ ਸੀ। ਅਫਸੋਸ ਦੀ ਗੱਲ ਇਹ ਹੈ ਕਿ ਵਾਰਡ ਨੂੰ ਇਸ ਤਰੀਕੇ ਨਾਲ ਤੋੜਿਆ ਮਰੋੜਿਆ ਗਿਆ। ਇੱਕ ਘਰ ਇੱਕ ਵਾਰਡ 'ਚ, ਨਾਲ ਦਾ ਘਰ ਤੀਜੀ ਵਾਰਡ 'ਚ ਪਾਤਾ, ਸਿਰਫ ਇਸ ਲਈ ਕਿ ਵਾਰਡ ਬਣਤਰ ਬਦਲ ਕੇ ਕਿਵੇਂ ਕਾਂਗਰਸ ਉਹਦਾ ਫਾਇਦਾ ਉਠਾ ਸਕਦੀ ਆ, ਜਾਂ ਧੱਕੇਸ਼ਾਹੀ ਨਾਲ ਜਾਂ ਕਾਗਜ਼ ਰਿਜੈਕਟ ਕਰੇ ਨਾਲ। ਮੈਂ ਸਾਰੇ ਅੱਜ ਅਫਸਰਾਂ ਨੂੰ ਬੇਨਤੀ ਵੀ ਕਰਦਾ ਔਰ ਇੱਕ ਵਾਰਨਿੰਗ ਵੀ ਦਿੰਦਾ ਕਿ ਲੋਕਤੰਤਰ ਨਾਲ ਨਾ ਖੇਡਿਆ ਜਾਵੇ। ਡੈਮੋਕ੍ਰੇਸੀ ਬਹਾਲ ਰੱਖਣਾ ਹਰ ਅਫਸਰ ਦੀ ਜ਼ਿੰਮੇਵਾਰੀ ਹੈ। ਔਰ ਮੈਂ ਆਸ ਕਰੂੰਗਾ, ਉਮੀਦ ਕਰੂੰਗਾ ਕਿ ਉਹ ਵਜ਼ੀਰਾਂ ਦੇ ਪ੍ਰੈਸ਼ਰ ਹੇਠ ਨਹੀਂ ਜਾਣਗੇ, ਕਿਉਂਕਿ ਵਜ਼ੀਰ ਦੀ ਤਾਂ ਪੁੱਠੀ ਗਿਣਤੀ ਸ਼ੁਰੂ ਆ। ਗੱਲ 10 ਮਹੀਨੇ ਦੀ ਖੇਡ ਹੈ। ਅਫਸਰ ਸਹੀ ਕੰਮ ਕਰਨਗੇ, ਲੋਕਾਂ ਨੂੰ ਇਨਸਾਫ ਦੇਣ ਦਾ, ਲੋਕਤੰਤਰ ਨੂੰ ਬਹਾਲ ਰੱਖਣ। ਚਲੋ, ਭਾਜਪਾ ਦੇ ਵੀਰ ਨੂੰ ਮੈਂ ਕਹਿਣਾ ਚਾਹੁੰਦਾ, ਸਾਡੀ ਔਕਾਤ ਤਾਂ ਕੀੜੀ ਜਿੰਨੀ ਹੈ ਜੀ। ਅਸੀਂ ਤਾਂ ਲੋਕਾਂ ਨੂੰ ਆਪਦੇ ਚਰਨਾਂ ਦੀ ਧੂੜੀ ਸਮਝਦੇ ਹਾਂ। ਪਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ, ਸਦਭਾਵਨਾ ਬਖਸ਼ੇ ਕਿ ਜਿਹੜੇ 80 ਪੰਜਾਬ ਦੇ ਜੀਆਂ ਨੂੰ ਮਰਵਾ ਕੇ ਵੀ ਹਲੇ ਹੰਕਾਰ ਕਰਦੇ ਆ। ਇੰਨੀ ਠੰਡ 'ਚ ਧੀ ਪੁੱਤ ਉੱਥੇ ਪੰਜਾਬ ਦਾ ਬੈਠੇ, ਉਹਨਾਂ ਦਾ ਦਰਦ ਮਹਿਸੂਸ ਕਰਨ। ਪੰਜਾਬ ਦੇ ਭਾਈਚਾਰਕ ਸਾਂਝ ਨੂੰ ਜਿਹੜਾ ਤੋੜਨਾ ਚਾਹੁੰਦੇ ਆ, ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰਨਾ ਚਾਹੁੰਦੇ ਆ, ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ, ਸਾਡੇ ਸਾਰਿਆਂ ਪੰਜਾਬੀਆਂ ਦੀ ਔਕਾਤ ਭਾਵੇਂ ਕੁਛ ਨਹੀਂ ਆ, ਮਗਰ ਮਰਦੇ ਦੇਸ਼ ਦੇ ਭਲੇ ਆਸਤੇ ਆ। ਸਾਨੂੰ ਇਹ ਕੰਮ ਤੋਂ ਨਾ ਰੋਕੋ। ਹੁਸ਼ਿਆਰਪੁਰ ਵਿੱਚ ਪਲਾਨ ਕੀਤਾ ਗਿਆ ਪਹਿਲਾਂ ਨਿਗਮ ਵੱਲੋਂ ਟੈਂਟ
ਪੁੱਛ ਲੈਣ ਦਿਓ ਯਾਰ। ਕਿਸਾਨੀ ਅੰਦੋਲਨ ਨੂੰ ਲੈ ਕੇ ਬੜੀ ਸਮੱਸਿਆ ਨੇ ਜੀ ਕਿ ਕਿਸੇ ਲੱਖਾਂ ਘਰਾਂ ਤੇ ਸਾਰਾ ਨਿਰਸਤ ਹੋ ਗਿਆ ਵੀ ਉਹਨਾਂ ਦੇ ਕਾਰਨ ਕਿਸਾਨੀ ਅੰਦੋਲਨ ਸਾਨੂੰ ਕੀ ਲੱਗਦਾ ਵੀ ਇਹ ਕੇਂਦਰ ਦੀ ਸਰਕਾਰ ਦੀ ਚਾਲ ਹੈ ਜਾਂ ਉਹਨਾਂ ਤੱਕ ਦੇਖੋ ਜੋ ਕੱਲ ਹੋਇਆ ਨਾ ਜੀ, ਮੈਂ ਸਮਝਦਾ ਉਹਦੇ ਨਾਲ ਸਾਰੇ ਬੜੇ ਚਿੰਤਿਤ ਵੀ ਨੇ ਤੇ ਦੁਖੀ ਵੀ ਨੇ, ਕਿਉਂਕਿ ਦੁਨੀਆ ਭਰ 'ਚ ਲੱਖਾਂ ਲੋਕਾਂ ਦੀ ਗੈਦਰਿੰਗ ਹੋਵੇ ਔਰ ਇੰਨਾ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਸੀ। 60 ਦਿਨ ਇਹ ਪ੍ਰੋਟੈਸਟ ਪੀਸਫੁਲ ਚੱਲਿਆ ਔਰ ਹਰ ਬੰਦੇ ਨੇ, ਗਰੀਬ ਨੇ, ਅਮੀਰ ਨੇ, ਹਰ ਧਰਮ ਦੇ ਬੰਦੇ ਨੇ, ਹਰ ਵਰਗ ਦੇ ਬੰਦੇ ਨੇ, ਹਰ ਸੂਬੇ ਦੇ ਬੰਦੇ ਨੇ ਇਸ ਕਿਸਾਨੀ ਨੂੰ, ਕਿਉਂਕਿ ਦੇਖੋ ਦੇਸ਼ ਕਿਸਾਨੀ ਪ੍ਰਧਾਨ ਦੇਸ਼ ਵੀ ਹੈ ਔਰ ਕਿਸਾਨੀ ਲਾਹੇਵੰਦ ਧੰਦਾ ਨਹੀਂ ਹੈ। ਜੇ ਕਿਸਾਨੀ ਨਹੀਂ ਪ੍ਰਫੁੱਲਿਤ, ਐਗਰੀਕਲਚਰ ਨਹੀਂ ਪ੍ਰਫੁੱਲਿਤ, ਉਹਦੇ ਨਾਲ ਸਾਰੇ ਹੀ ਅਫੈਕਟਡ ਨੇ। ਉਹ ਕਿਸਾਨ ਜਿਹੜਾ ਸਾਡੀ ਟੇਬਲ ਤੇ ਰੋਟੀ ਰੱਖਦਾ ਹੈ, ਉਹਦੀ ਚਿੰਤਾ ਜਦ ਉਹਨੂੰ ਖਾਲਿਸਤਾਨੀ ਕਿਹਾ ਗਿਆ, ਉਹਨੂੰ ਵਿਚੋਲੀਆ ਕਿਹਾ ਗਿਆ, ਉਹਨੂੰ ਨਕਸਲ ਕਿਹਾ ਗਿਆ, ਉਹਨੂੰ ਹਰ ਤਰੀਕੇ ਦੇ ਨਾਂ ਉਹਦੇ ਵਾਸਤੇ ਵਰਤੇ, ਮਗਰ ਦੇਸ਼ ਦੇ ਲੋਕ ਉਹਦੇ ਮਗਰ ਖਲੋਤੇ ਰਹੇ। ਔਰ ਇਹੀ ਕਾਰਨ ਹੋਇਆ ਕਿ ਚਾਹੇ ਉਹ ਮੀਡੀਆ ਸੀ, ਚਾਹੇ ਉਹ ਇੰਟਰਨੈਸ਼ਨਲ ਫੋਰਮ ਤੇ ਪ੍ਰਾਈਮ ਮਿਨਿਸਟਰ ਸਨ, ਰਾਸ਼ਟਰਪਤੀ ਸਨ, ਮੈਂਬਰ ਪਾਰਲੀਮੈਂਟ ਸਨ, ਵਰਲਡ ਓਵਰ ਇਹ ਜੀ ਸਪੋਰਟ, ਇਹ ਜੀ ਮੂਵਮੈਂਟ ਸਾਨੂੰ ਕਦੇ ਵੇਖਣ ਨੂੰ ਨਹੀਂ ਮਿਲੀ। ਔਰ ਸ਼੍ਰੋਮਣੀ ਅਕਾਲੀ ਦਲ ਹਰ ਪੀਸਫੁਲ ਪ੍ਰੋਟੈਸਟ ਦਾ ਸ਼ਾਂਤਮਈ ਤਰੀਕੇ ਨਾਲ, ਕੋਈ ਪ੍ਰੋਟੈਸਟ ਡੈਮੋਕ੍ਰੇਸੀ 'ਚ ਸਾਡਾ ਹੱਕ ਵੀ ਆ, ਹੋਣਾ ਵੀ ਚਾਹੀਦਾ ਔਰ ਸਰਕਾਰਾਂ ਨੂੰ ਉਹਨਾਂ ਪ੍ਰੋਟੈਸਟਾਂ ਵੱਲ ਦੇਖਣਾ ਵੀ ਚਾਹੀਦਾ, ਇਹਦੇ ਹੱਕ 'ਚ। ਮਗਰ ਕੱਲ ਜੋ ਗੱਲ ਹੋਈ ਆ, ਦੇਖੋ ਉਹਦੇ ਲਈ ਜਿਹੜੇ 3-4 ਲੋਕ ਜ਼ਿੰਮੇਵਾਰ ਆ, ਉਹਨਾਂ ਦਾ ਪਰਦਾਫਾਸ਼ ਟੀਵੀ ਚੈਨਲਾਂ 'ਚ, ਸੋਸ਼ਲ ਮੀਡੀਆ 'ਚ ਹੋ ਹੀ ਰਿਹਾ, ਜਿਨ੍ਹਾਂ ਦਾ ਗੇਮ ਸਿਰਫ ਇੱਕ ਸੀ ਕਿ ਉਹ ਆਪ ਤਾਂ ਕਿਸਾਨ ਵੀ ਨਹੀਂ ਉਹਨਾਂ 'ਚੋਂ, ਕੋਈ ਕੁਛ ਕਰਦਾ, ਕੋਈ ਪੁੱਠੇ ਸਿੱਧੇ ਕੰਮ ਕੁਛ ਕਰਦਾ ਰਿਹਾ, ਕੋਈ ਕੁਛ ਕਰਦਾ ਰਿਹਾ, ਕੋਈ ਆਪਦੇ ਹਾਲੇ ਵੀ ਸ਼ਾਇਦ ਐਕਟਿੰਗ ਦੀ ਸਟੇਜ ਹੀ ਸਮਝੀ ਜਾਂਦੇ ਆ। ਮਗਰ ਉਹਨਾਂ ਨੇ ਜੋ ਨੁਕਸਾਨ ਕੀਤਾ ਇੱਕ ਅਸਲ ਖੇਤ ਮਜ਼ਦੂਰ ਦਾ ਤੇ ਕਿਸਾਨ ਦਾ, ਮੈਂ ਸਮਝਦਾ ਦੁਨੀਆ ਕਦੇ ਉਹਨਾਂ ਨੂੰ ਮਾਫ ਨਹੀਂ ਕਰੂਗੀ। ਔਰ ਅਫਸੋਸ ਇਸ ਗੱਲ ਦਾ ਹੈ ਕਿ ਜਦੋਂ ਸਾਰਾ ਕੁਛ ਹੀ ਪੀਸਫੁਲੀ ਚੱਲਿਆ ਤੇ ਕੱਲ੍ਹ ਇਹ ਸ਼ਰਾਰਤ ਹੋਈ। ਔਰ ਇਹ ਬਿਲਕੁਲ ਤੁਸੀਂ ਗੱਲ ਠੀਕ ਕਹੀ ਹੈ ਕਿ ਏਜੰਸੀਆਂ ਦਾ ਤੇ ਸੈਂਟਰ ਦੀ ਸਰਕਾਰਾਂ ਦੇ ਰੋਲ ਤੇ ਵੀ ਸਵਾਲ, ਔਰ ਉਹ ਸਵਾਲ ਇਸ ਲਈ ਹੈ, ਰੂਟ ਦੀ ਪਲੈਨਿੰਗ ਦਿੱਲੀ ਪੁਲਿਸ ਦੀ ਹੈ, ਰੂਟ ਖੋਲਿਆ ਕਿਹਨੇ ਉੱਥੇ ਤੱਕ? ਸਰਕਾਰ ਤੇ ਦਿੱਲੀ ਪੁਲਿਸ ਨੇ। ਲਾਲ ਕਿਲਾ ਉੱਥੇ ਤੱਕ ਇਹ ਹਾਲਾਤ ਪੈਦਾ ਕਿਹਨੇ ਕੀਤੇ? ਔਰ ਕੱਲ ਸਾਰਾ ਦਿਨ ਭਾਜਪਾ ਵਾਲੇ ਦਾ ਤਾਂ ਮਾੜਾ ਜਿਹਾ ਕੁੜਤਾ ਵੀ ਪਾਟ ਜੇ ਨਾ ਤਾਂ ਵੀ 25 ਬੰਦੇ ਟੀਵੀ ਚੈਨਲਾਂ ਤੇ ਚੜ ਜਾਂਦੇ। ਕੱਲ ਇੱਕ ਨਹੀਂ ਬੋਲਿਆ, ਦੇਖ ਰਹੇ ਆ, ਨਜ਼ਾਰਾ ਵਿਖਾ ਰਹੇ ਆ, ਮਗਰ ਇਹ ਸਾਰਾ ਸੀਨ, ਇਹ ਹਾਲਾਤ ਪੈਦਾ ਕਿਉਂ ਕੀਤੇ? ਸਿਰਫ ਇਸ ਲਈ ਕੀਤੇ ਗਏ, ਉਹਦੇ 'ਚ ਸਰਕਾਰਾਂ ਦਾ ਰੋਲ, ਔਰ ਸਰਕਾਰਾਂ ਨਾਲ ਰਲ ਕੇ ਜਿਹੜੇ 3-4 ਬੰਦੇ, ਇੱਕ ਜਥੇਬੰਦੀ ਔਰ ਇਹ 2-3 ਜਿਨ੍ਹਾਂ ਦਾ ਪਿਛੋਕੜ ਕੋਈ ਐਡਾ ਵਧੀਆ ਨਹੀਂ, ਧੁੰਦਲੇ ਪਿਛੋਕੜ ਵਾਲੇ, ਉਹਨਾਂ ਨੇ ਲੱਖਾਂ ਲੋਕਾਂ ਦੇ ਸ਼ਾਂਤਮਈ ਸੰਘਰਸ਼ ਨੂੰ, ਕਿਸਾਨੀ ਸੰਘਰਸ਼ ਨੂੰ ਟੋਰਪੀਡੋ ਕਰਨ ਵਾਸਤੇ, ਕਿਉਂਕਿ ਇਹ ਸੰਘਰਸ਼ ਨਹੀਂ ਫੇਲ ਹੋ ਰਿਹਾ ਸੀ। ਬੜੀਆਂ ਕੋਸ਼ਿਸ਼ਾਂ ਚੱਲੀਆਂ, ਬੜੀ ਸਾਜ਼ਿਸ਼ਾਂ ਚੱਲੀਆਂ ਨੇ ਕਿ ਜੀ ਹਰਿਆਣਾ ਪੰਜਾਬ ਵਾਲਿਆਂ ਨੂੰ ਲੜਾ ਦਿਓ, ਇੱਕ ਦੂਜੇ ਜਥੇਬੰਦੀ ਨੂੰ ਦੂਜੇ ਨਾਲ ਲੜਾ ਦਿਓ। ਜਦ ਸਾਰੀਆਂ ਸਾਜ਼ਿਸ਼ਾਂ ਫੇਲ ਹੋ ਗਈਆਂ ਤੇ ਕੱਲ ਜੋ ਇਹਨਾਂ ਨੇ ਸਾਜ਼ਿਸ਼ ਰਚੀ ਆ, ਇਹਦੇ ਪਿੱਛੇ ਇੱਕ ਸੀਰੀਅਸ ਇਨਕੁਆਇਰੀ, ਤੇ ਜੇ ਡੂੰਘਾਈ ਨਾਲ ਇੰਟਰਨੈਸ਼ਨਲ ਫੋਰਮ ਤੋਂ ਇਨਕੁਆਇਰੀ ਹੋਵੇ ਤੇ ਜਿਹੜੇ ਦਿੱਲੀ 'ਚ ਬੈਠੇ ਹੁਕਮਰਾਨ ਹੈ ਉਹਨਾਂ ਦਾ ਜੋ ਰੋਲ ਹੈ ਉਹ ਵੀ ਸਾਹਮਣੇ ਆਊ। ਫੋਟੋਆਂ ਤੁਹਾਡੇ ਸਾਹਮਣੇ ਆ, ਮੈਨੂੰ ਕਹਿਣ ਦੀ ਲੋੜ ਨਹੀਂ, ਕਿਸੇ ਨੂੰ ਤਾਂ 10 ਮਿੰਟ ਦੇ ਦਰਸ਼ਨ ਨਹੀਂ ਹੁੰਦੇ, ਉਹ ਖੁੱਲੇ ਦਰਸ਼ਨ ਨਾਲੇ 32 ਦੰਦਾਂ ਦੇ ਦਰਸ਼ਨ ਹੋ ਰਹੇ ਆ। ਇਸ ਲਈ ਕੀ ਹੋਇਆ ਕੀ ਨਹੀਂ ਹੋਇਆ, ਇਹਦੀ ਇਨਕੁਆਇਰੀ ਜੇ ਸਟੇਟ ਏਜੰਸੀਆਂ ਕਰਨਗੀ ਤੇ ਸੱਚ ਕਦੇ ਸਾਹਮਣੇ ਨਹੀਂ ਆਉ, ਮਗਰ ਜੇ ਇੰਟਰਨੈਸ਼ਨਲ ਏਜੰਸੀ ਕੋਈ ਕਰੂਗੀ ਤੇ ਇਹ ਸ਼ਾਂਤਮਈ ਸੰਘਰਸ਼ ਜਿਹੜਾ 60 ਦਿਨ ਸ਼ਾਂਤਮਈ ਰਿਹਾ, ਉਹ ਕੱਲ ਕਿਉਂ ਟਰਨ ਵੱਖਰੀ ਲੈ ਗਿਆ? ਕੀ ਕੁਛ ਸ਼ਰਾਰਤ ਵਾਲੇ ਲੋਕ ਵਿੱਚ ਵਾੜੇ ਗਏ ਜਿਨ੍ਹਾਂ ਦੇ 25 ਤਰੀਕ ਨੂੰ ਹੀ ਆਪਦੇ ਮਨਸੂਬੇ ਸਾਫ਼ ਕਰਤੇ ਸੀ? ਉਹ ਮਾਹੌਲ ਉੱਥੋਂ ਦਾ ਵਿਗਾੜਨ ਦੀ ਕੋਸ਼ਿਸ਼ ਕਿਉਂ ਕੀਤੀ ਗਈ? ਔਰ ਇਹ ਅਪਮਾਨ ਹੈ ਜਿਹੜੇ 80 ਸ਼ਹਾਦਤ ਦੇ ਗਏ ਆ ਇਸ ਅੰਦੋਲਨ ਵਾਸਤੇ, ਕਿਉਂਕਿ ਕਿਸਾਨੀ ਇੱਕ ਲਾਹੇਵੰਦ ਧੰਦਾ ਨਹੀਂ ਹੈ।
ਸਵਾਮੀਨਾਥਨ ਕਮਿਸ਼ਨ ਰਿਪੋਰਟ ਇੱਕ ਮੁੱਦਾ ਹੈ ਵੱਡਾ, ਔਰ ਇਹ ਲਾਗੂ ਹੋਣੀ ਚਾਹੀਦੀ। ਇਹ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ, ਮਗਰ ਇਹ ਸਭ ਨੂੰ ਇੱਕ ਨਵੀਂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ, ਟੌਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਬਿਲਕੁਲ ਨਿੰਦਣਯੋਗ ਹੈ ਔਰ ਇਹਨਾਂ ਦੀ ਪਹਿਚਾਣ ਹੋਣੀ ਚਾਹੀਦੀ। ਭਾਜਪਾ ਦੇ ਦਿੱਲੀ ਦੇ ਵਿੱਚ ਜਿਹੜਾ ਪ੍ਰਵਕਤਾ ਹੈ ਪਾਤਰਾ ਜੀ, ਉਹਨਾਂ ਨੇ ਕਿਹਾ ਹੈ ਵੀ ਇਹ ਕਿਸਾਨ ਨਹੀਂ, ਅੰਨਦਾਤਾ ਨਹੀਂ ਹੈ, ਇਹ ਆਤੰਕੀ ਹੈ ਜਿਹੜਾ ਉਹਨਾਂ ਨੇ ਬਿਆਨ ਜਾਰੀ ਕੀਤਾ ਹੈ। ਦੇਖੋ, ਉਹਨਾਂ ਨੂੰ ਇੱਕ ਗੱਲ ਪੁੱਛ ਲਿਓ ਪਾਤਰਾ ਜੀ ਨੂੰ, ਫਿਰ ਤੁਹਾਡੇ ਤਿੰਨ ਵਜ਼ੀਰ ਕਿਉਂ ਗੱਲ ਕਰਦੇ ਆ? ਜੇ ਦੇਸ਼ ਦਾ ਅੰਨਦਾਤਾ ਜੇ ਇਹ ਸਮਝਦੇ ਆ ਆਤੰਕੀ ਹੈ, ਤੇ ਤੁਸੀਂ ਕਿਉਂ ਗੱਲ ਕਰਦੇ ਹੋ? ਤੁਹਾਡੀ ਦਿੱਲੀ ਪੁਲਿਸ ਉਹਨਾਂ ਨਾਲ ਕਿਉਂ ਗੱਲ ਕਰਦੀ ਹੈ? ਇਹ ਜਿਹੜਾ ਹਰ ਤਰੀਕੇ ਨਾਲ ਇੱਕ ਸ਼ਾਂਤਮਈ ਅੰਦੋਲਨ ਨੂੰ ਜਿਸ ਤਰੀਕੇ ਨਾਲ ਸਾਰੀ ਸਰਕਾਰ ਦਾ ਜ਼ੋਰ ਲੱਗਿਆ ਉਹਨਾਂ ਨੂੰ ਬਦਨਾਮ ਕਰਨ, ਔਰ ਅਫਸੋਸ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਕੱਲ ਉਹਦੇ 'ਚ ਕਾਮਯਾਬੀ ਵੀ ਮਿਲੀ ਹੈ ਕਿਸੇ ਹੱਦ ਤੱਕ। ਉਹਨਾਂ ਨੇ ਆਪਣੇ ਬੰਦੇ ਵਾੜੇ, ਉਹ ਬੰਦੇ ਉਹਨਾਂ ਦੇ ਆ, ਇਹਨਾਂ ਦੀ ਪਹਿਚਾਣ ਚੈਨਲਾਂ 'ਚ ਚੱਲ ਹੀ ਰਹੀ ਹੈ। ਮਗਰ ਇਹ ਆਪਦੇ ਲੋਕਾਂ ਦੇ ਖਿਲਾਫ ਇਸ ਤਰੀਕੇ ਦੀ ਸਾਜ਼ਿਸ਼ ਕਰਨੀ, ਟੀਅਰ ਗੈਸ ਸ਼ੈੱਲ ਚਲਾਉਣੇ, ਗੋਲੀਆਂ ਚਲਾਉਣੀਆਂ, ਇਹ ਹਾਲਾਤ ਪੈਦਾ ਕਰਨੇ। ਯਾਰ ਤੁਸੀਂ ਤਾਂ ਇਸ ਤਰ੍ਹਾਂ ਗੱਲ ਕਰ ਰਹੇ ਹੋ ਕਿ ਲਾਲ ਕਿਲ੍ਹਾ ਕੋਈ ਮਜ਼ਾਕ ਹੈ, ਉਹ ਦਰਵਾਜ਼ੇ ਖੋਲ੍ਹੇ ਕੀ ਨੇ? ਐਡੇ ਪਿਆਰ ਨਾਲ ਚੜਾ ਕੇ ਉੱਥੇ ਸਾਰਾ ਕੁਝ ਜੋ ਉੱਥੇ ਸੀਨ ਵਾਪਰਿਆ, ਇਹ ਇਕੱਲਾ ਇੱਕ ਬਹੁਤ ਡੂੰਘੀ ਸਾਜ਼ਿਸ਼ ਸੀ। ਔਰ ਕੱਲ ਕਿਸੇ ਨੇ ਬਿਆਨ ਕਿਉਂ ਨਹੀਂ ਦਿੱਤਾ? ਫਿਰ ਕਿਉਂਕਿ ਚਾਹੁੰਦੇ ਸਨ ਕਿ ਇਹ ਸੰਘਰਸ਼ ਦਾ ਜਲੂਸ ਨਿਕਲੇ ਦਿੱਲੀ 'ਚ ਬੈਠੇ ਕੁਝ ਭਾਜਪਾ ਦੇ ਲੀਡਰ। ਸੋ ਇਹ ਬਹੁਤ ਵੱਡੀ ਡੂੰਘੀ ਸਾਜ਼ਿਸ਼ ਦਾ ਹਿੱਸਾ। ਔਰ ਮੈਂ ਅੱਜ ਵੀ ਕਹਿੰਦਾ, ਇਹ ਕਿਸਾਨੀ ਸੰਘਰਸ਼ ਲੋਕਾਂ ਦਾ ਸੰਘਰਸ਼ ਹੈ, ਦੇਸ਼ ਦੇ ਲੋਕਾਂ ਦਾ ਸੰਘਰਸ਼ ਹੈ, ਇਕੱਲੇ ਪੰਜਾਬ ਦਾ ਨਹੀਂ। ਇਹ 'ਚ ਏਕਤਾ ਬਣੀ ਰਵੇ, ਇਹ ਕਾਮਯਾਬ ਹੋਵੇ। ਕਿਸਾਨਾਂ ਦੀ, ਖੇਤ ਮਜ਼ਦੂਰਾਂ ਦੀ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਇੰਪਲੀਮੈਂਟੇਸ਼ਨ, ਇਹ ਕਾਲੇ ਕਾਨੂੰਨ ਮੁੱਦਾ ਉਹ ਹੈ, ਉਹ ਮੁੱਦੇ ਤੋਂ ਭਟਕਾਉਣ ਦੀ ਜਿਹੜੀਆਂ ਕੋਸ਼ਿਸ਼ਾਂ ਨੇ, ਇਹ ਚਿਹਰੇ ਵੀ ਨੰਗੇ ਹੋਣੇ ਚਾਹੀਦੇ, ਉਹਨਾਂ ਨੂੰ ਫੇਲ ਵੀ ਹੋਣਾ ਚਾਹੀਦਾ, ਲੋਕਾਂ ਨੂੰ ਇਕੱਠੇ ਰਹਿਣਾ ਚਾਹੀਦਾ। ਕੇਂਦਰ ਸਰਕਾਰਾਂ ਉਹ ਇੰਡਾਇਰੈਕਟਲੀ ਤੌਰ ਤੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ, ਬਟ ਉਹਨਾਂ ਦਾ ਕੇਂਦਰ ਦਾ ਕਹਿਣਾ ਹੈ ਵੀ ਇਹ ਖਾਲਿਸਤਾਨੀ ਮੂਵਮੈਂਟ ਹੈ, ਤੇ ਜਿਸ ਤਰ੍ਹਾਂ ਉਹਨਾਂ ਨੇ ਝੰਡਾ ਲਹਿਰਾਇਆ ਸੀ, ਉਹ ਖਾਲਿਸਤਾਨੀ ਲੋਕਾਂ ਜਿਨ੍ਹਾਂ ਨੇ ਆਪਣਾ ਇੱਕ ਟਾਰਗੇਟ ਸੀਗਾ, ਇਵਨ ਇਹ ਮੁਖਮੰਤਰੀ ਪੰਨੂ ਨੇ ਵੀ ਗੱਲ ਕੀਤੀ ਸੀ ਵੀ ਅਸੀਂ 1 ਕਰੋੜ ਦੇ ਕਰੀਬ ਦੇਵਾਂਗੇ ਅਗਰ ਜੇ ਕੋਈ। ਯਾਰ ਇੱਕ ਨਾ ਤੁਸੀਂ ਕਾਈਂਡਲੀ ਬੇਨਤੀ ਆ, ਉੱਥੇ ਸਪੀਕਰ ਕਿੱਥੋਂ ਪਹੁੰਚ ਗਏ? ਉੱਥੇ ਟੀਵੀ ਚੈਨਲ ਵਾਲੇ ਕਿੱਥੋਂ ਪਹੁੰਚ ਗਏ? ਜਦੋਂ ਤੁਸੀਂ ਪ੍ਰੈਸ ਦੇ ਵੀਰ ਬੈਠੇ ਹੋ, ਜਦੋਂ ਕਿਸੇ ਇੰਟੈਲੀਜੈਂਸ ਵਾਲੇ ਨੇ ਖਬਰ ਲੈਣੀ ਹੁੰਦੀ ਹੈ ਨਾ, ਤਾਂ 4 ਚੈਨਲ ਵਾਲਿਆਂ ਨੂੰ ਫੋਨ ਕਰਦਾ ਅਖੀਰ 'ਤੇ ਕਿ ਦੱਸ ਭਾਈ ਕੀ ਤੇਰੇ ਕੋਲ ਕੋਈ ਖਬਰ ਹੈ, ਤੇ 2 ਪੱਤਰਕਾਰ ਤਾਂ ਉੱਥੇ ਨਾਲ ਤੁਰੇ ਫਿਰਦੇ। ਉਹ ਰਸਤਾ ਜਿਹੜਾ ਪ੍ਰੀ ਪਲਾਨਡ ਰਸਤਾ ਸੀ, ਉਸ ਰਸਤੇ ਤੋਂ ਭਟਕ ਕੇ ਕਿਸੇ ਹੋਰ ਪਾਸੇ ਲੈ ਕੇ ਜਾਣਾ, ਕੀ ਇਹ ਸਾਜ਼ਿਸ਼ ਦਾ ਹਿੱਸਾ ਨਹੀਂ? ਔਰ ਦੂਜੀ ਗੱਲ ਦੇਖੋ, ਕਿ ਜਿਹੜੀ ਉੱਥੇ ਗੱਲਾਂ ਚੱਲ ਰਹੀਆਂ ਨੇ, ਇਹ ਗੱਲਾਂ ਦੇ ਪਿੱਛੇ ਮੈਂ ਬਾਰ-ਬਾਰ ਕਹਿ ਰਿਹਾ, ਕਿਉਂਕਿ ਸਰਕਾਰ ਫੇਲ ਹੋ ਗਈ ਸੀ, ਸਰਕਾਰ ਨੂੰ ਮੂੰਹ ਦੀ ਖਾਣੀ ਪੈ ਗਈ ਹੈ ਸੰਘਰਸ਼ 'ਚ। ਦੇਸ਼ ਕੀ ਦੁਨੀਆ ਇਕੱਠਾ ਹੋ ਗਿਆ, ਰਾਸ਼ਟਰਪਤੀ ਦੇ ਬਿਆਨ ਆ ਰਹੇ, ਮਨੁੱਖੀ ਅਧਿਕਾਰਾਂ ਦੇ ਕਾਨੂੰਨ ਉੱਤੇ ਗੱਲਾਂ ਚੱਲ ਰਹੀਆਂ ਨੇ, ਤੇ ਇਸ ਤੋਂ ਘਬਰਾ ਕੇ ਸਰਕਾਰ ਨੇ, ਔਰ ਕੁਝ ਲੋਕ ਜਿਨ੍ਹਾਂ ਨੂੰ ਇਹਨਾਂ 'ਚ ਇਨਫਿਲਟਰੇਟ ਕਰਨ 'ਚ ਕਾਮਯਾਬ ਰਹੇ, ਉਹਨਾਂ ਦੀ ਕਾਰਗੁਜ਼ਾਰੀ ਨੇ ਅੱਜ ਕੱਲ੍ਹ, ਮਗਰ ਮੈਂ ਜੋ ਹਾਲਾਤ ਪੈਦਾ ਕੀਤੇ, ਅੱਜ ਵੀ ਮੈਨੂੰ ਆਸ ਹੈ ਕਿ ਫੇਰ ਸਾਡੇ ਕਿਸਾਨ ਵੀਰ, ਕਿਉਂਕਿ ਉਹ ਦੇਸ਼ ਦੇ ਉਹ ਜੈ ਜਵਾਨ ਜੈ ਕਿਸਾਨ ਵਾਲੇ, ਉੱਥੇ ਇੱਕ ਜਿਹੜਾ ਬੈਠਾ, ਮੈਨੂੰ ਗੱਲ ਦੱਸਿਓ ਕੋਈ ਐਕਸ ਸਰਵਿਸਮੈਨ, ਕਿਸੇ ਦਾ ਪੁੱਤ ਬਾਰਡਰ ਤੇ ਤੈਨਾਤ ਹੈ, ਕਿ ਉਹ ਦੇਸ਼ ਦਰੋਹੀ ਹੋ ਸਕਦੇ? ਇਸ ਲਈ ਕੁਛ ਦੀ ਕਾਰਵਾਈ, ਉਹਨਾਂ ਦੀ ਪਹਿਚਾਣ ਕਰਕੇ ਉਹਨਾਂ ਤੇ ਕਾਰਵਾਈ ਹੋਵੇ। ਮਗਰ ਫਿਰ ਜਿਨ੍ਹਾਂ ਨੇ ਕਾਰਵਾਈ ਕਰਨੀ ਹੈ, ਉਹਨਾਂ ਦੇ ਤਾਂ ਨਾਲ ਹੱਥ ਰਲੇ, ਉਹਨਾਂ ਨੇ ਕੀ ਕਾਰਵਾਈ ਕਰਨੀ? ਅਸਲ ਗੱਲ ਤਾਂ ਫਿਰ ਲੁਕ ਜਾਣੀ ਹੈ ਕਿ ਹੋਇਆ ਕਿਵੇਂ। ਆਫਟਰ ਆਲ ਇੰਨੀ ਪੁਲਿਸ ਲੱਗੀ ਹੋਵੇ, ਇੰਨਾ ਕੁਝ ਲੱਗਿਆ ਹੋਵੇ, ਉੱਥੇ ਤੱਕ ਲੈ ਕਿਵੇਂ ਗਏ? ਰੂਟ ਤਾਂ ਕੁਝ ਹੋਰ ਸੀ। ਮੇਰੀ ਰੱਬ ਅੱਗੇ ਇਹ ਮੇਰੇ ਵੀਰੋ ਅਰਦਾਸ ਵੀ ਹੈ, ਬੇਨਤੀ ਵੀ ਹੈ, ਸੱਚੇ ਪਾਤਸ਼ਾਹ, ਇਹ ਕਿਸਾਨ ਤੇਰੇ, ਇਹ ਖੇਤ ਮਜ਼ਦੂਰ ਤੇਰੇ, ਇਹ ਦਬਲੇ ਕੁਚਲੇ ਲੋਕ, ਜਿਨ੍ਹਾਂ ਨੇ, ਮੈਂ ਅੱਗੇ ਆਪਦੇ ਭਾਸ਼ਣ ਵੀ ਦਿੱਤਾ ਕਿ ਕਰੋਨਾ ਕਾਲ 'ਚ ਜੇ ਸਭ ਤੋਂ ਵੱਧ ਮਿਹਨਤ, ਔਰ ਕਰੋਨਾ ਤੋਂ ਅਸੀਂ ਸਾਰੇ ਹੀ ਨਾ, ਆਪਾਂ ਘਰ ਦੇ ਅੰਦਰ ਵੜੇ ਸੀ, ਆਪਦੇ ਖੇਤਾਂ 'ਚ ਫਿਰਦੇ, ਕੋਈ ਦੁੱਧ ਦੀ ਡਿਲੀਵਰੀ ਕਰਦਾ ਸੀ, ਕੋਈ ਆਪਦੀ ਆਪਣੇ ਘਰਾਂ ਤੱਕ ਰੋਟੀ ਪਹੁੰਚਾਉਂਦਾ ਸੀ। ਉਹ ਲੋਕ, ਇਹ ਮਾਰਸ਼ਲ ਲੋਕ, ਉਹਨਾਂ ਦੀ ਕਾਮਯਾਬੀ ਜ਼ਰੂਰ ਹੋਣੀ ਚਾਹੀਦੀ। ਪ੍ਰਮਾਤਮਾ ਉਹਨਾਂ ਦੇ ਨਾਲ ਹੈ। ਜਿਹੜੇ ਲੋਕ ਉਹਨਾਂ ਨੂੰ ਬਦਨਾਮ ਕਰਨਾ ਚਾਹ ਰਹੇ, ਉਹ ਫੇਲ ਵੀ ਹੋਣਗੇ, ਉਹਨਾਂ ਦੇ ਚਿਹਰੇ ਵੀ ਨੰਗੇ ਹੋਣਗੇ। ਸਮਾਂ ਲੁਧਿਆਣੇ ਤੋਂ
ਆ ਲਾਸਟ ਪੁੱਛ ਲੈਣ ਦਿਓ, ਫਿਰ ਤੁਹਾਨੂੰ ਮੈਂ ਦੇ ਦੇਣਾ। ਕੰਮ ਦੀ ਗੱਲ ਕੋਈ ਪੁੱਛਣ ਲੱਗੀ ਨਹੀਂ ਅਸੀਂ ਕੰਮ ਨਾ, ਦੀ ਗੱਲ ਚਲੋ। ਉਹਨਾਂ ਨੇ ਕਿਹਾ ਵੀ 3 ਦਿਨ ਪਹਿਲਾਂ ਇਹ ਜਿਹੜਾ ਨਹੀਂ ਜਸਟਿਸ ਦੇ ਨਾਲ ਮਤਲਬ ਇਹ ਜਿਹੜਾ ਮੂਵ ਜਿਹੜਾ ਬਵਾਲ ਹੋਇਆ ਸ਼ਾਇਦ ਸੀਗਾ ਜਿਹਨੇ ਹੁਣ ਮਤਲਬ ਜਸਟਿਸ ਦੇ ਨਾਲ ਇਹਦਾ ਬਵਾਲ ਦਾ ਲਿੰਕ ਯਾਰ ਮੈਂ ਨਾ, ਚਲੋ ਮੈਂ ਕਿਸੇ ਸਿਆਸੀ ਬੰਦੇ ਨੂੰ ਨਾ, ਜਾਂ ਕਿਸੇ ਬੰਦੇ ਨੂੰ ਵੀ ਜੇ ਕੁੱਟ ਪਵੇ ਨਾ, ਤੇ ਮੈਂ ਕੋਈ ਉਹਨੂੰ ਚੰਗਾ ਤਾਂ ਨਹੀਂ ਸਮਝਦਾ, ਮਗਰ ਇਹ ਵੀ ਜਿਹੜਾ ਹੈ ਨਾ, ਜਿਹੜਾ ਬੰਦਾ, ਇਹ ਕੋਈ ਸਿੱਧਰਾ ਪੱਧਰਾ ਬੰਦਾ ਨਹੀਂ। ਇਹਨੇ ਸਿਕਿਉਰਟੀ ਵੀ ਲੈਣੀ ਹੁੰਦੀ ਆ, ਇਹਨੇ ਹੋਮ ਮਿਨਿਸਟਰ ਨੂੰ ਵੀ ਖੁਸ਼ ਕਰਨਾ ਹੁੰਦਾ, ਇਹਨੇ ਆਪਣਿਆਂ ਨੂੰ ਗਾਲਾਂ ਵੀ ਕੱਢਣੀਆਂ ਹੁੰਦੀਆਂ। ਪਹਿਲਾਂ ਵੀ ਵੇਖਿਆ ਜਿੰਨਾ ਮਨੁੱਖੀ ਅਧਿਕਾਰਾਂ ਦਾ ਘਾਣ ਇਹਨਾਂ ਦੇ ਵੱਡ ਵਡੇਰੇ ਕਰਕੇ ਗਏ ਆ, ਸ਼ਾਇਦ ਕੋਈ ਕਰਕੇ ਨਹੀਂ ਗਿਆ। ਇਸ ਲਈ ਇਹ ਜਿਹੜਾ ਰੌਲਾ ਪੈਂਦਾ ਨਾ ਕਿ ਇਹ ਸਟੇਟ ਸਰਕਾਰ ਤੇ ਸੈਂਟਰ ਸਰਕਾਰ ਰਲ ਕੇ ਖੇਡਦੀ ਹੈ, ਇਹ ਉਹਦਾ ਹਿੱਸਾ ਹੈ। ਜੋ ਉੱਥੋਂ ਆਪਦੀ ਸਿਕਿਉਰਿਟੀ ਬਚਾਉਣ ਵਾਸਤੇ ਜੋ ਕਹਿ ਦੇਣਗੇ ਨਾ ਵਜ਼ੀਰ ਸਾਹਿਬ, ਇਹਨੇ ਤਾਂ ਉਹ ਘੋੜਾ ਭਜਾ ਲੈਣਾ। ਇਸ ਲਈ ਇਹ ਬੰਦੇ ਇਹ ਗੱਲਾਂ ਇਹਨਾਂ ਦੀਆਂ, ਦੱਸੋ ਕੋਈ ਮੈਨੂੰ ਇੱਕੋ ਦਿੱਲੀ ਉਹ ਤੁਸੀਂ ਉਹਦੀ ਗੱਲ ਕਰੀ ਜਾਂਦੇ ਹੋ ਬਾਰ-ਬਾਰ, ਉਹ ਪੁੱਠੇ ਜੇ ਮੂੰਹ ਵਾਲੇ ਪੰਨੂ ਦੀ, ਉਹਨੂੰ ਕੌਣ ਪੰਜਾਬੀ ਪੁੱਛਦਾ ਜੀ? ਤੇ ਉਹ ਪੰਜਾਬੀ ਦੀ ਤੁਸੀਂ ਗੱਲ ਕਰਦੇ ਜਿਹਨੇ 80% ਕੁਰਬਾਨੀ ਦਿੱਤੀ ਹੈ, ਜਾਂ ਜਿਹਦਾ ਨਿਆਣਾ ਅੱਜ ਵੀ 20,000 ਫੁੱਟ ਤੇ ਉੱਥੇ ਤੈਨਾਤ ਹੈ ਪਾਕਿਸਤਾਨ ਦੇ ਖਿਲਾਫ, ਚੀਨ ਦੇ ਖਿਲਾਫ, ਜਾਂ ਉਹ ਸਾਡੇ ਗਲਵਾਨ ਦੇ ਹੀਰੋ, ਉਹ ਉਹਦੀ ਗੱਲ ਤੇ ਆ ਜਾਣਗੇ। ਉਹ ਨਹੀਂ ਆਉਣਗੇ। ਆਹ ਇਹੋ ਜਿਹੇ ਲੋਕ ਨੇ। ਅੱਜ ਜਿੱਦਾਂ ਭਾਊ ਤੂੰ ਨਾਂ ਲਿਆ, ਉਹਨੂੰ ਕੁੱਟ ਪਈ, ਉਹ ਮਾੜੀ ਗੱਲ, ਮਗਰ ਉਹ ਕੁੱਟ ਖਾਣ ਵਾਲੇ ਕੰਮ ਵੀ ਨਾ ਕਰੇ। ਨਹੀਂ ਨਾ ਤਾਂ ਸਨੀ ਦਿਓਲ ਪੱਲਾ ਝਾੜ ਸਕੂ ਸਾਡੇ ਮਾਝੇ 'ਚ, ਉਹਦੀ ਗੱਡੀ 'ਚ, ਉਹ ਤਾਂ ਗੱਡੀ ਚਲਾਉਣ ਵਾਲਾ ਬੰਦਾ ਉਹ ਸੀ, ਤੇ ਨਾ ਸਨੀ ਦਿਓਲ ਦੇ ਹੁਕਮਰਾਨ ਉਹ ਤੋਂ ਪੱਲਾ ਝਾੜ ਸਕਣਗੇ ਜਿਨ੍ਹਾਂ ਨੇ ਐਨ ਖੁਸ਼ ਹੋ ਕੇ ਫੋਟੋ ਲਵਾਈ। ਜਿਹੜਾ ਵਜ਼ੀਰ ਨੂੰ ਤਾਂ ਟਾਈਮ ਦੇਵੇ ਨਾ, ਇਹਨੂੰ ਭਾਊ ਨੂੰ ਟਾਈਮ ਦੇਵੇ, ਤੇ ਉਹ ਜਾ ਕੇ ਜਿਹਦਾ ਆਪ ਵੀ ਚਿਹਰਾ ਮੋਹਰਾ ਠੀਕ ਤਾਂ ਹੈ ਨਹੀਂ, ਗੁਰੂ ਦੇ ਸਿੱਖ ਦਾ ਚਿਹਰਾ ਮੋਹਰਾ ਜੋ ਗੁਰੂ ਨੇ ਸਮੱਤ ਬਖਸ਼ੀ ਆ, ਉਹ ਜਾ ਚਾਹੀਦਾ ਚਿਹਰਾ ਮੋਹਰਾ ਹੋਰ, ਗੁਰੂ ਤੋਂ ਆਪ ਬੇਮੁਖ ਤੇ ਗੱਲਾਂ ਹੋਰ, ਲੋਕਾਂ ਨੂੰ ਇਹ ਭੜਕਾਉਣ ਦੀਆਂ, ਇਹ ਸੰਘਰਸ਼ ਨੂੰ ਫੇਲ ਕਰਨ ਦੀਆਂ ਨਹੀਂ। ਤੇ ਕਿਸੇ ਸਰਕਾਰ ਤੇ ਕਿਸੇ ਏਜੰਸੀ ਤੇ ਜਿਹੜੇ ਕੰਮ ਕਰਨ ਵਾਲੇ, ਰੱਬ ਨੇ ਉਹਨਾਂ ਦੇ ਚਿਹਰੇ ਨੰਗੇ ਕਰਤੇ ਆ। ਮੈਂ ਨੂੰ ਤਾਂ ਤੁਸੀਂ ਤਗੜਾ ਕਰਨਾ, ਮਾੜੇ ਬੰਦੇ ਦੀ ਤੁਹਾਡੇ ਤਾਂ ਕੀ ਆਸ ਹੈ ਕਿ ਤੁਸੀਂ ਇੰਟਰਨਲੀ ਵੀ ਤਗੜਾ ਕਰੋਗੇ ਤੇ ਐਕਸਟਰਨਲੀ ਵੀ ਤਗੜਾ ਕਰੋਗੇ। ਇਹਨਾਂ ਦੇ ਚਿਹਰੇ ਨੰਗੇ ਕਰੋਗੇ ਜਿਹੜੇ ਲੋਕਾਂ ਨੂੰ ਝੂਠ ਮਾਰ-ਮਾਰ ਬਰਗਰ ਹੀ ਖਵਾਈ ਗਏ ਆ, ਉਹ ਵੀ ਮੁਫਤ ਦੇ ਨਹੀਂ ਖਵਾਏ, ਜਾਂ ਤਾਂ ਉਹ ਖਵਾ ਦਿੰਦੇ ਬਰਗਰ ਪੀਜੇ ਮੁਫਤ ਦੇ, ਉਹ ਵੀ ਨਹੀਂ ਖਵਾਏ, ਉਹਦੇ ਵੀ ਪੈਸੇ ਝਾੜ ਲੈਂਦੇ ਆ। ਚੰਡੀਗੜ੍ਹ ਤੱਕ ਵੀ ਠੱਗੀ ਮਾਰ ਲੈਂਦੇ, ਇੱਕ ਚੰਗਾ ਜਿਹਾ ਮੂੰਹ ਬਣਾ ਕੇ ਤੁਹਾਡੇ ਅੱਗੇ ਪੇਸ਼ ਹੋ ਜਾਂਦੇ, ਮਗਰ ਲੱਭਿਆ ਕੀ ਹੁਸ਼ਿਆਰਪੁਰ ਨੇ ਉਹਨਾਂ ਚੋਂ। ਦੇਖੋ, ਜੇ ਤਾਂ ਹੋਈ ਲੋਕਤੰਤਰ ਦੀ ਬਹਾਲੀ, ਜੇ ਲੋਕਤੰਤਰ ਦੇ ਹਿਸਾਬ ਨਾਲ ਵਿਦਆਊਟ ਫੇਅਰ ਵਿਦਆਊਟ ਪ੍ਰੈਜੂਡਿਸ ਵੋਟਾਂ ਪਈਆਂ, ਤੇ ਮਿਸ਼ਨ 50 ਤਾਂ ਹੋਊ ਸਾਡੇ ਵਰਗਿਆਂ ਦਾ ਪੂਰਾ। ਤੇ ਜੇ ਹੋਇਆ ਧੱਕੇਸ਼ਾਹੀ ਦਾ, ਪੈਸੇ ਦਾ ਬੋਲਬਾਲਾ, ਲੋਕਤੰਤਰ ਦਾ ਘਾਣ, ਤੇ ਫਿਰ ਮੈਂ ਨਹੀਂ ਕੁਝ ਕਹਿ ਸਕਦਾ। ਫਿਰ ਜਾਂ ਤੁਸੀਂ ਬਚਾ ਲਿਓ ਜਾਂ ਲੋਕ ਬਚਾ ਲੈਣਗੇ। ਫਿਰ ਤਾਂ ਇਹ ਸ਼ਾਮ ਸੁੰਦਰ ਅਰੋੜਾ ਜੀ ਨੂੰ ਮੈਂ ਕਹਿੰਦਾ ਜੀ, ਮੈਂ ਅੱਜ ਕਹਿ ਕੇ ਜਾਂਦਾ ਕਿ ਸਾਰੀਆਂ ਵੋਟਾਂ ਉਹਨਾਂ ਦੀਆਂ। ਕੰਮ ਤਾਂ ਦੱਸ ਦੇਣ ਨਾ ਕੀਤਾ ਕੀ ਕੁਝ ਕੰਮ ਕੀਤਾ ਇਹ ਸ਼ਹਿਰ ਆ, ਪ੍ਰਾਪਤੀ ਕੀ ਆ? ਇੰਡਸਟਰੀ, ਤੁਸੀਂ ਮਿਨਿਸਟਰ ਹੋ, ਤੁਹਾਡਾ ਵਾਅਦਾ ਸੀ 5 ਰੁਪਏ ਬਿਜਲੀ ਦਾ, ਦਿੱਤੀ ਕਿਸੇ ਨੇ? ਉਹਨਾਂ ਦਾ ਇਹ ਕਹਿਣਾ ਕਿ 5 ਸਾਲ ਜਿਹੜੀ ਹੈ 7 ਸਾਲ ਨੇ ਕੰਮ ਨਹੀਂ ਕੀਤਾ, ਜਿਹੜੀ ਬੀਜੇਪੀ ਤੇ ਅਕਾਲੀਆਂ ਦੀ ਸਰਕਾਰ ਰਹੀ ਹੈ, ਕਾਰਪੋਰੇਸ਼ਨਾਂ ਇਹਨਾਂ ਦੀ, ਇਹਨਾਂ ਨੇ ਕੰਮ ਕਿਉਂ ਪੈਂਡਿੰਗ ਕੰਮ ਜਿਹੜੇ ਇਹ ਗੱਲਾਂ ਨਾ, ਇਹ ਗੱਲਾਂ ਹੁੰਦੀਆਂ ਪਹਿਲੇ ਸਾਲ। ਇਹ ਕਿੱਡੇ ਨਲਾਇਕ ਨੇ। ਫਿਰ 4 ਸਾਲ ਹਲੇ ਤੱਕ ਇਹਨਾਂ ਤੋਂ ਕੰਮ ਹੀ ਨਹੀਂ ਸੂਤਰ ਆਇਆ। ਉਹ ਤਾਂ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਧੰਨਵਾਦੀ ਹਾਂ ਸ਼ਾਮ ਸੁੰਦਰ ਜੀ, ਆਪਦੀ ਨਲਾਇਕੀ ਨੂੰ ਕਬੂਲਦੇ ਆ ਕਿ 4 ਸਾਲ ਅਸੀਂ ਵਜ਼ੀਰੀ ਦੇ ਝੰਡੇ ਹਿਲਾ ਛੱਡੇ, ਮੌਜਾਂ ਲੁੱਟ ਛੱਡੀਆਂ, ਆਪਦੇ ਮੌਲ ਖੜੇ ਕਰ ਲਏ, 350 ਕਰੋੜ ਦੀ ਮੁਹਾਲੀ 'ਚ ਠੱਗੀ ਮਾਰਤੀ ਇੰਡਸਟਰੀ ਮਹਿਕਮੇ ਦੇ ਨਾਂ ਤੇ, ਮਗਰ ਆਪ ਦਾ ਤਾਂ ਸਭ ਕੁਝ ਸਵਾਰ ਲਿਆ, ਹੁਸ਼ਿਆਰਪੁਰ ਦਾ ਕੱਖ ਨਹੀਂ ਸਵਾਰਿਆ। ਇਹੀ ਤਾਂ ਮੇਰਾ ਰੌਲਾ। ਹਾਂਜੀ, ਦੋਸ਼ੀ 4 ਤਾਂ ਤੁਹਾਡੇ ਅੱਗੇ ਆਈ ਗਏ ਆ। ਇੱਕ ਜਥੇਬੰਦੀ ਜਿਹਨੇ ਸਾਰੇ ਕਿਸਾਨਾਂ ਤੋਂ ਵੱਖ ਹੋ ਕੇ, ਸਾਰੇ ਜਥੇਬੰਦੀਆਂ ਤੋਂ ਵੱਖ ਹੋ ਕੇ ਭੜਕਾਉਣ ਦਾ ਮਾਹੌਲ ਉੱਥੇ ਕ੍ਰੀਏਟ ਕੀਤਾ।
ਔਰ 2 ਹੋਰ ਜੀ ਜਿਨ੍ਹਾਂ ਦਾ ਨਾਂ ਚੱਲਦਾ, ਉਹਨਾਂ ਦੀ ਜੋ ਕਾਰਵਾਈ ਰਹੀ ਹੈ, ਉਹਨਾਂ ਨੇ ਸਿਰਫ ਤੇ ਸਿਰਫ ਸਰਕਾਰ ਦੀ ਸੈਂਟਰ ਦੀ ਏਜੰਸੀਆਂ ਨਾਲ ਰਲ ਕੇ ਪੰਜਾਬ ਦੀ ਸਰਕਾਰ ਦੇ ਕੁਝ ਅਫਸਰ ਵਿੱਚ ਸੀ, ਜਿਨ੍ਹਾਂ ਨੇ ਇਸ ਸੰਘਰਸ਼ ਨੂੰ, ਪੀਸਫੁਲ ਪ੍ਰੋਟੈਸਟ ਨੂੰ ਟੋਰਪੀਡੋ ਕਰਨ ਦੀ ਜਦੋਂ ਸਾਰੀਆਂ ਸਾਜ਼ਿਸ਼ਾਂ ਫੇਲ ਹੋ ਗਈਆਂ ਤੇ ਕੱਲ ਵਾਲੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ, ਜਿੱਥੇ ਏਡੇ ਏਡੇ ਬੈਰੀਕੇਡ ਲੱਗੇ, ਹੁਣ ਬੰਦਾ ਉੱਥੇ ਤੱਕ ਪਹੁੰਚਾ ਕਿਵੇਂ ਦਿੱਤਾ? ਪੁਲਿਸ ਨੇ ਪਹੁੰਚਾਇਆ, ਕਿਸੇ ਹੋਰ ਨੇ ਨਹੀਂ ਪਹੁੰਚਾਇਆ। ਕਿਸਾਨ ਨੇਤਾ ਖੁਰਮ ਸਿੰਘ ਧੰਦੇਰ ਨੇ ਕਿਸਾਨਾਂ ਨੂੰ ਉਠਾਇਆ। ਤੁਹਾਡੇ ਸਾਹਮਣੇ ਆ, ਉਹ ਤਾਂ ਆਪ ਹੀ ਦੱਸੀ ਜਾਂਦਾ, ਜਿਹਦਾ ਨਾਂ ਰੌਲਾ ਉਹ ਆਪ ਹੀ ਦੱਸੀ ਜਾਂਦਾ, ਇਹਦਾ ਨਾਂ ਲਈ ਜਾਂਦਾ 100%। ਇਹਦੇ 'ਚ ਉਹਨਾਂ ਦਾ ਆਪ ਦਾ ਬਿਆਨ ਸੀ। ਜਦੋਂ ਕਤਈ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ, ਉਹਨਾਂ ਨੇ ਕਿਹਾ ਪੁਲਿਸ ਦਾ ਜਿਹੜਾ ਦਿੱਤਾ ਰੂਟ ਆ ਆਪਾਂ ਉਹਨੂੰ ਫੋਲੋ ਕਰਨਾ। ਇਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਫੋਲੋ ਨਹੀਂ ਕਰਨਾ, ਤੇ ਤੁਹਾਨੂੰ ਫਿਰ ਹਿੰਸਾ ਕਰਾਉਣ ਦਾ ਮਾਹੌਲ ਪੈਦਾ ਕੀਤਾ। ਉਹਦਾ ਫਾਇਦਾ ਕੁਝ ਹੋ ਰਿਹਾ ਜੀ। ਅੱਜ ਜਿੰਨੇ ਉੱਥੇ ਬੈਠੇ ਉਹ ਦੁਖੀ ਆ ਕਿ ਸਾਡੇ 60 ਦਿਨ ਦੀ ਮਿਹਨਤ, 80 ਬੰਦਿਆਂ ਦੀ ਕੁਰਬਾਨੀ ਤੇ ਪਾਣੀ ਫੇਰਨ ਦਾ ਕੰਮ ਸ਼ੁਰੂ ਕਰਤਾ ਕੁਝ ਬੰਦਿਆਂ ਨੇ, ਔਰ ਉਹਨਾਂ ਬੰਦਿਆਂ ਦੀ ਪਹਿਚਾਣ ਹੋਣੀ ਚਾਹੀਦੀ, ਉਹ ਬਾਹਰ ਹੋਣੇ ਚਾਹੀਦੇ ਕਿ ਇਹ ਸੰਘਰਸ਼ ਜਿੱਤੇ, ਕਿਸਾਨ ਜਿੱਤੇ, ਪੰਜਾਬ ਦੇਸ਼ ਦਾ ਅੰਨਦਾਤਾ ਜੀ। ਸਿਰਫ ਅਸ਼ਵਨੀ ਕੁਮਾਰ ਜੀ ਦੇ ਵੀ ਕੁੱਟ ਪੈ ਗਈ, ਜਿਹੜੇ ਬਿੱਟੂ ਜੀ ਦੇ ਵੀ ਪੈ ਗਈ। ਅਸ਼ਵਨੀ ਕੁਮਾਰ ਕਿਹੜਾ? ਅਸ਼ਵਨੀ ਕੁਮਾਰ ਬੀਜੇਪੀ ਦੇ ਪੰਜਾਬ ਪ੍ਰਧਾਨ। ਇਹ ਕੁੱਟੀ ਕੌਣ ਜਾਂਦਾ ਪਿਆ ਹੈ ਜੀ ਫਿਰ, ਜੇ ਕਿਸਾਨ ਨਹੀਂ ਕੁੱਟਦੇ ਪਏ? ਭਰਾਵਾ ਦੇਖੋ, ਨਾ ਅਸ਼ਵਨੀ ਜੀ ਨੂੰ ਕੁੱਟ ਪੈਣੀ ਚਾਹੀਦੀ, ਨਾ ਬਿੱਟੂ ਜੀ ਨੂੰ ਕੁੱਟ ਪੈਣੀ ਚਾਹੀਦੀ, ਨਾ ਤੁਹਾਨੂੰ ਪੈਣੀ ਚਾਹੀਦੀ, ਨਾ ਮੈਨੂੰ ਪੈਣੀ ਚਾਹੀਦੀ, ਕਿਸੇ ਪੰਜਾਬੀ ਨੂੰ ਨਹੀਂ ਪੈਣੀ, ਕਿਸੇ ਦੇਸ਼ ਵਾਸੀ ਨੂੰ ਨਹੀਂ ਪੈਣੀ ਕੁੱਟ। ਜੇ ਪੈਣੀ ਚਾਹੀਦੀ ਤੇ ਕਾਲੇ ਕਾਨੂੰਨਾਂ ਨੂੰ ਪੈਣੀ ਚਾਹੀਦੀ, ਔਰ ਉਹ ਰਲ ਮਿਲ ਕੇ ਕੁੱਟ ਦਿਓ ਤੇ ਸਾਰੇ ਸੌਖੇ ਹੋ। ਹਾਂਜੀ, ਜਦੋਂ ਜਿਹੜਾ ਗਠਬੰਧਨ ਹੋਣਾ ਨਾ, ਲਾਈਕ ਮਾਈਂਡਡ ਪਾਰਟੀ ਦਾ ਗਠਬੰਧਨ ਹੋਊਗਾ, ਜਿਸ ਦਿਨ ਹੋਊਗਾ ਤੁਸੀਂ ਵੱਡੀ ਵੱਡੀ ਖਬਰਾਂ ਉਸ ਦਿਨ ਛਾਪ ਦਿਓ। ਕੀ ਪਤਾ ਦਿਲੋਂ ਹੋ ਗਿਆ, ਹਲੇ ਅਨਾਉਂਸਮੈਂਟ ਰਹਿ ਗਈ, ਕੁਝ ਹੋ ਸਕਦਾ। ਕਈ ਦਿਲ ਦੇ ਰਿਸ਼ਤੇ ਹੁੰਦੇ ਆ, ਕੋਈ ਅਖਬਾਰੀ ਰਿਸ਼ਤੇ ਹੁੰਦੇ ਆ, ਕਿਹੜੇ ਰਿਸ਼ਤੇ ਨਾਲ ਹੋਇਆ ਉਹ ਕੋਈ ਚੰਗੇ ਬੰਦੇ ਦਾ ਸਵਾਲ ਪੁੱਛ ਲੈ, ਤੂੰ ਬਾਂਦਰ ਜੇ ਦਾ ਸਵਾਲ ਮੈਨੂੰ ਪੁੱਛੀ ਜਾਂਦਾ। ਕਿਹੜੇ ਗੋਲਡੀ ਸਾਹਿਬ?